ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਾਸਟਰ 07 ਐਗਜ਼ਾਮ ਵਾਰੀਅਰ ਦੇ ਵਿੱਚ। ਲਗਾਤਾਰ ਅਸੀਂ ਵੀਡੀਓਜ਼ ਅਪਲੋਡ ਕਰ ਰਹੇ ਹਾਂ ਜੀ ਪੰਜਾਬੀ ਵਿਸ਼ੇ ਦੇ ਨਾਲ ਸੰਬੰਧਿਤ। ਅੱਜ ਦੀ ਜੋ ਵੀਡੀਓ ਹੈ ਇਹ ਜੀ ਲੈਕਚਰ ਸੀਰੀਜ਼ ਦੀ ਰਹੇਗੀ। ਪੰਜਾਬੀ ਵਾਰਤਕ ਲੇਖਕ ਜਿਹੜੇ ਹੈਗੇ ਜੀ ਉਹਦਾ ਅਗਲਾ ਭਾਗ ਰਹੇਗਾ ਇਹ। ਗੱਲ ਕਰਾਂਗੇ ਜੀ ਗਿਆਨੀਦਿੱਤ ਸਿੰਘ ਹੋਰਾਂ ਬਾਰੇ। ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਜੀ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਬੈਲ ਆਈਕਨ ਵੀ ਦਬਾਓ ਕਿਉਂਕਿ ਲਗਾਤਾਰ ਵੀਡੀਓਜ਼ ਅਸੀਂ ਅਪਲੋਡ ਕਰ ਰਹੇ ਹਾਂ। ਕੋਸ਼ਿਸ਼ ਹੁੰਦੀ ਹੈ ਜੀ ਸਾਡੀ ਡੇਲੀ 2 ਤੋਂ 3 ਵੀਡੀਓਜ਼ ਅਪਲੋਡ ਕਰਨ ਦੀ। ਥੋੜਾ ਬਿਜ਼ੀ ਹੋਣ ਕਰਕੇ ਕਈ ਵਾਰ ਇੱਕ ਅੱਧਾ ਦਿਨ ਸਕਿਪ ਹੋ ਜਾਂਦਾ ਜੀ, ਵੀਡੀਓ ਨਹੀਂ ਅਪਲੋਡ ਕਰ ਪਾਉਂਦੇ, ਉਹਦੇ ਲਈ ਮਾਫੀ ਚਾਹੁੰਦੇ ਤੁਹਾਡੇ ਕੋਲ। ਪਰ ਅੱਗੇ ਕੋਸ਼ਿਸ਼ ਰਹੇਗੀ ਕਿ ਹਰ ਰੋਜ਼ 2 ਤੋਂ ਜ਼ਿਆਦਾ ਵੀਡੀਓਜ਼ ਅਸੀਂ ਅਪਲੋਡ ਕਰ ਸਕੀਏ। ਗਿਆਨੀਦਿੱਤ ਸਿੰਘ ਹੋਰਾਂ ਬਾਰੇ ਅੱਜ ਗੱਲ ਕਰਾਂਗੇ ਜੀ ਅਸੀਂ। ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਵਿਸ਼ੇ ਦੇ ਬਾਰੇ 'ਚ ਸਾਡੀ ਪਲੇਲਿਸਟ ਹੈ ਜੀ ਚੈਨਲ ਦੇ ਉੱਪਰ। ਉੱਥੇ ਤੁਸੀਂ ਜਾ ਕੇ ਜਿੰਨੀਆਂ ਵੀ ਪੰਜਾਬੀ ਮਾਸਟਰ ਕਾਡਰ ਵਿਸ਼ੇ ਦੇ ਨਾਲ ਸੰਬੰਧਿਤ ਵੀਡੀਓਜ਼ ਹਨ ਉਹ ਤੁਸੀਂ ਦੇਖ ਸਕਦੇ ਹੋ ਜੀ ਸਾਰੀਆਂ। ਇਸ ਤੋਂ ਇਲਾਵਾ ਪੰਜਾਬੀ ਕਿੱਸਾਕਾਰ, ਕਹਾਣੀਕਾਰ, ਨਾਵਲਕਾਰ, ਇਹਨਾਂ ਦੇ ਉੱਪਰ ਸਾਡੀ ਕੁਐਸਚਨ ਸੀਰੀਜ਼ ਦੀ ਵੀਡੀਓਜ਼ ਵੀ ਹੈਗੀਆਂ ਔਰ ਨਾਲ ਦੀ ਨਾਲ ਜਿਹੜਾ ਹੈ ਉਹ ਲੈਕਚਰ ਸੀਰੀਜ਼ ਦੀਆਂ ਵੀਡੀਓਜ਼ ਵੀ ਅਸੀਂ ਅਪਲੋਡ ਕੀਤੀਆਂ ਹੋਈਆਂ ਜੀ, ਤੁਸੀਂ ਦੇਖ ਸਕਦੇ ਹੋ ਜੀ ਸਾਡੇ ਚੈਨਲ ਦੇ ਉੱਪਰ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। ਤੇ ਅੱਜ ਦੇ ਸਾਡੇ ਜਿਹੜੇ ਵਾਰਤਕ ਲੇਖਕ ਹੈਗੇ ਉਹ ਹੋਗੇ ਗਿਆਨੀਦਿੱਤ ਸਿੰਘ ਜੀ। ਸ਼ੁਰੂ ਕਰਦੇ ਹਾਂ ਜੀ। ਗਿਆਨੀਦਿੱਤ ਸਿੰਘ ਹੋਰਾਂ ਦੀ ਵੈਸੇ ਇਹਨਾਂ ਬਾਰੇ ਜਦੋਂ ਮੈਂ ਪੜ੍ਹਿਆ ਜੀ ਤਾਂ ਜਿੰਨੀ ਇਹਨਾਂ ਦੀ ਤਾਰੀਫ ਕੀਤੀ ਜਾਵੇ ਘੱਟ ਹੈ ਜੀ। ਮੈਨੂੰ ਲੱਗਿਆ ਵੀ ਸਿੱਖ ਜਾਤੀ ਇਤਿਹਾਸ ਦੀ ਗੱਲ ਕਰਨੀ ਹੋਵੇ ਨਾ ਵਿਦਵਾਨਾਂ ਦੀ ਤਾਂ ਕਾਫੀ ਵੱਡਾ ਨਾਮ ਹੈ ਜੀ ਗਿਆਨੀਦਿੱਤ ਸਿੰਘ ਦਾ। ਹਾਲਾਂਕਿ ਇਹਨਾਂ ਨੂੰ ਅਸੀਂ ਜਾਣ ਪਹਿਚਾਣ ਇਹਨਾਂ ਦੀ ਨਹੀਂ ਹੋ ਸਕੀ ਲੋਕਾਂ ਦੇ ਵਿੱਚ ਜਿੰਨੀ ਹੋਣੀ ਚਾਹੀਦੀ ਸੀ, ਜਿੰਨਾ ਇਹਨਾਂ ਦਾ ਕੰਮ ਇਹਨਾਂ ਨੇ ਕੀਤਾ। ਤੋ ਇਹਨਾਂ ਦਾ ਜਨਮ ਜਿਹੜਾ ਜੀ ਉਹ 1850 ਔਰ 1901 ਇਹਦੇ ਵਿੱਚ ਅਸੀਂ ਗੱਲ ਅੱਗੇ ਜਾ ਕੇ ਕਰਾਂਗੇ ਜਨਮ ਦੇ ਬਾਰੇ। ਪਹਿਲਾਂ ਥੋੜਾ ਇਹਨਾਂ ਦੀ ਭੂਮਿਕਾ ਅਸੀਂ ਦੇਖ ਲੈਂਦੇ ਹਾਂ ਜੀ। ਸਿੰਘ ਸਭਾ ਜੋ ਲਹਿਰ ਸੀਗੀ ਜੀ ਉਹਦੇ ਮੁੱਖ ਪ੍ਰਵਕਤਾ ਕੌਣ ਸੀਗੇ ਜੀ? ਗਿਆਨੀਦਿੱਤ ਸਿੰਘ ਸੀਗੇ। ਤੇ ਉਹਨਾਂ ਨੇ ਜਿਹੜਾ ਆਪਣੇ ਵਿਚਾਰਾਂ ਦਾ ਇਜ਼ਹਾਰ ਨਿਬੰਧਾਂ ਦੇ ਮਾਧਿਅਮ ਦੁਆਰਾ ਕੀਤਾ। ਨਿਬੰਧ ਉਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਲਿਖੇ, ਉਹਦੇ ਨਾਲ ਆਪਣੇ ਵਿਚਾਰਾਂ ਦਾ ਇਜ਼ਹਾਰ ਕੀਤਾ ਜੀ। ਲੋਕਾਂ ਤੱਕ ਆਪਣੇ ਵਿਚਾਰ ਜਿਹੜੇ ਉਹ ਨਿਬੰਧਾਂ ਦੇ ਰਾਹੀਂ ਪਹੁੰਚਾਏ। ਤੋ ਉਹਨਾਂ ਨੇ ਪੰਜਾਬੀ ਦੇ ਵਿੱਚ ਲਗਭਗ 30 ਪੁਸਤਕਾਂ ਦੀ ਰਚਨਾ ਕੀਤੀ ਹੈ ਜੀ। ਬੜਾ ਵੱਡਾ ਹੈ ਜੀ ਕੰਮ। ਇਹਨਾਂ ਦੁਆਰਾ ਸਿੱਖ ਸਿਧਾਂਤਾਂ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਗਿਆ। ਹੁਣ ਇਹਨਾਂ ਦੀਆਂ ਜਿਹੜੀਆਂ ਕਿਤਾਬਾਂ ਹੈਗੀਆਂ ਜੀ ਥੋੜੀਆਂ ਉਹਨਾਂ ਦੇ ਬਾਰੇ 'ਚ ਦੇਖ ਲੈਂਦੇ ਹਾਂ। ਅੱਗੇ ਜਾ ਕੇ ਡਿਟੇਲ 'ਚ ਵੀ ਗੱਲ ਕਰਾਂਗੇ ਕਿਤਾਬਾਂ ਦੀ। ਇੱਕ ਹੈ ਜੀ ਅਬਲਾਨੰਦ, ਪੁਜਾਰੀ ਪ੍ਰਬੋਧ, ਗੁਰੂ ਨਾਨਕ ਪ੍ਰਬੋਧ, ਸ੍ਰੀ ਗੁਰੂ ਅਰਜਨ ਪ੍ਰਬੋਧ, ਦੁਰਗਾ ਪ੍ਰਬੋਧ, ਸ੍ਰੀ ਗੁਰਬਾਣੀ ਪ੍ਰਬੋਧ, ਗੁਰਮਤਿ ਆਰਤੀ ਪ੍ਰਬੋਧ, ਦੰਡ ਵਿਦਾਰਨ, ਗੁੱਗਾ ਗਪੌੜਾ, ਨਕਲੀ ਸਿੱਖ, ਧਰਮ ਦਰਪਣ, ਨੀਤੀ ਪ੍ਰਕਾਸ਼, ਮੇਰਾ ਤੇ ਸਾਧੂ ਦਇਆਨੰਦ ਦਾ ਸੰਵਾਦ। ਇਹ ਕਾਫੀ ਫੇਮਸ ਬੁੱਕ ਹੈ ਜੀ ਇਹਨਾਂ ਦੀ। ਇਹ ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਗਦ ਰਚਨਾਵਾਂ ਹੈਗੀਆਂ। ਤੋ ਗਿਆਨੀ ਜੀ ਜਿਹੜੇ ਆ ਜੀ ਉਹ ਖਾਲਸਾ ਅਖਬਾਰ ਲਾਹੌਰ ਦੇ ਸੰਪਾਦਕ ਰਹੇ ਜੀ। ਪੁੱਛ ਲਿਆ ਜਾਂਦਾ ਜੀ ਕਿਸ ਅਖਬਾਰ ਦੇ ਸੰਪਾਦਕ ਸੀਗੇ। ਤੇ ਓਰੀਐਂਟਲ ਕਾਲਜ ਵਿੱਚ ਪੰਜਾਬੀ ਦੇ ਪ੍ਰੋਫੈਸਰ ਰਹੇ। ਉਹਨਾਂ ਦਾ ਜਿਹੜਾ ਲਿਖਣ ਦਾ ਢੰਗ ਹੈ ਉਹ ਆਧੁਨਿਕ ਨਹੀਂ ਸੀਗਾ ਜਿੰਨਾ ਕਿ ਲਾਲਪੁਰੀ ਜੋ ਬਿਹਾਰੀ ਲਾਲਪੁਰੀ ਸੀਗੇ ਉਹਨਾਂ ਦਾ ਜਿੰਨਾ ਢੰਗ ਸੀਗਾ ਆਧੁਨਿਕ ਢੰਗ ਦੇ ਨਾਲ ਉਹਨਾਂ ਨੇ ਲਿਖੀ ਹੈ। ਪਰ ਇਹਨਾਂ ਨੇ ਇੰਨੇ ਢੰਗ ਨਾਲ ਨਹੀਂ ਲਿਖੀ, ਪਰ ਫਿਰ ਵੀ ਭਾਸ਼ਾ ਬੜੀ ਸੁੰਦਰ ਵਰਤਦੇ ਸੀਗੇ ਔਰ ਠੇਠ ਵਰਤੀ ਹੈ। ਥੋੜਾ ਪੁਰਾਤਨ ਜਿਹੜਾ ਰੰਗਣ ਹੈ ਉਹ ਜ਼ਿਆਦਾ ਇਹਨਾਂ ਦੀ ਭਾਸ਼ਾ ਦੇ ਵਿੱਚ ਨਿਕਲਿਆ ਹੈ। ਤੋ ਗੱਲਬਾਤ ਵਿੱਚ ਬੋਲੀ ਵਧੇਰੇ ਨਿਖਰੀ ਹੈ। ਠੀਕ ਹੈ ਜੀ, ਜ਼ਿਆਦਾ ਉਹਨਾਂ ਦੀ ਰਚਨਾ ਦਾ ਗੁਣ ਹੈਗਾ ਜੀ ਤੇ ਉਹ ਹੈ ਬੋਲੀ। ਗੱਲ ਕਰ ਲੈਂਦੇ ਜੀ ਉਹਨਾਂ ਦੇ ਜਨਮ ਦੀ। ਪੂਰਾ ਨਾਮ ਸੀਗਾ ਜੀ ਉਹਨਾਂ ਦਾ ਗਿਆਨੀਦਿੱਤ ਸਿੰਘ। ਜਨਮ ਹੋਇਆ ਜੀ 21 ਅਪ੍ਰੈਲ 1850 ਨੂੰ, ਪਿੰਡ ਨੰਦਗੜ੍ਹ ਕਲੌੜ, ਜ਼ਿਲ੍ਹਾ ਅੱਜ ਕੱਲ੍ਹ ਹੈਗਾ ਜੀ ਫਤਿਹਗੜ੍ਹ ਸਾਹਿਬ। ਤੋ ਮੌਤ ਇਹਨਾਂ ਦੀ ਜਿਹੜੀ ਹੋਈ ਹੈ ਜੀ 6 ਸਤੰਬਰ 1901 ਨੂੰ ਅੰਮ੍ਰਿਤਸਰ ਦੇ ਵਿੱਚ। ਕਾਰਨ ਮੌਤ ਦਾ ਬਿਮਾਰੀ ਸੀ ਜੀ। ਤੋ ਇਹਦੇ ਵਿੱਚ ਜਿਹੜੀ ਹੈ ਨਾ ਦੇਖੋ ਬੜਾ ਸੰਖੇਪ ਜਿਹਾ ਜੀਵਨ ਹੈ। ਓਨਲੀ 51 ਈਅਰ, ਉਹ 51 ਸਾਲ ਦੀ ਏਜ ਸੀਗੀ, ਪਰ ਬਹੁਤ ਜ਼ਿਆਦਾ ਉਹਨਾਂ ਨੇ ਕੰਮ ਕੀਤਾ ਜਿਹਦੇ ਬਾਰੇ ਅਸੀਂ ਗੱਲ ਵੀਡੀਓ ਦੇ ਵਿੱਚ ਕਰਾਂਗੇ ਅੱਗੇ। ਤੋ ਗਿਆਨੀਦਿੱਤ ਸਿੰਘ ਜਿਹੜਾ ਜੀ ਉਹਨਾਂ ਦਾ ਜਨਮ ਹੋਇਆ 21 ਅਪ੍ਰੈਲ 1850 ਨੂੰ। ਤੋ ਜਿਹੜੀ ਉਹਨਾਂ ਦੀ ਮੌਤ ਹੋਈ ਸੀਗੀ ਜੀ ਉਹ 6 ਸਤੰਬਰ 1901 ਨੂੰ। ਤੋ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਇਹਨਾਂ ਨੂੰ ਕਿਹਾ ਜਾਂਦਾ ਜੀ।
ठीक है जी। तो जे प्रश्न पूछा जा सकता जी कि किहड़े ਸਾਹਿਤਕਾਰ है जिन्होंने पंजाबी के पहले प्रोफैसर कहा गया, वो है जी ਗਿਆਨੀ ਦਿੱਤ ਸਿੰਘ। सिख धर्म इतिहास के महान विद्वान हुए जी, उच्च कोटि के कवि से, प्रसिद्ध लेखक सी, उत्तम व्याख्याकार, श्रेष्ठ टीकाकार और सर्वोत्तम उपदेशक भी से, प्रचारक जिन्होंने आप कहने। तो उन्होंने पत्रकारी का पितामा कहा जाता। हुण असी जदों पहला गल कीती सी ना शरदा राम फलौरी की, उन्होंने की कहा जाता सी, शरदा राम फलौरी नूं पंजाबी वार्तक का पितामा। पितामा शब्द पंजाबी का, वैसे इंग्लिश के असीं कहंदे हां फादर ऑफ, ठीक है, जो असीं किसी चीज़ का कहना हो। तो पंजाबी जिहड़ी पत्रकारी का पितामा मतलब कि फादर ऑफ पंजाबी जर्नलिज्म आपां किहनूं कहांगे, ਗਿਆਨੀ ਦਿੱਤ ਸਿੰਘ जी। पंजाबी पत्रकारी के पितामा सीगे ਗਿਆਨੀ ਦਿੱਤ ਸਿੰਘ। ये तुसीं गल याद रखनी है, पंजाबी पत्रकारी का पितामा किहनूं कहा जाता, बहुत इंपॉर्टेंट है जी, याद रखना। तो वार्तक का पितामा जिहड़ा वो शरदा राम फलौरी, तो पत्रकारी का पितामा पंजाबी पत्रकारी का है ना। पत्रकारी तो होर भाषावां विच भी हुंदी, आपां क्योंकि गल पंजाबी की कर रहे हैं। पंजाबी पत्रकारी का पितामा है ਗਿਆਨੀ ਦਿੱਤ ਸਿੰਘ। खालसा अखबार के बानी संपादक है जी, खालसा अखबार की इन्होंने स्थापना की थी। तो 1886 तो लैके श्री गुरु सिंह सभा अमृतसर लाहौर के बानी रहे। खालसा दीवान लाहौर, खालसा कॉलेज अमृतसर के मोढी रहे। देखो हम इन्हों का काफ़ी कार सीगा। स्टार्टिंग की गल कर लीए जी जीवन की, जन्म होया जी 21 अप्रैल 1850 नूं। पिंड की असीं गल पहला कर चुके हैं जी। तो फादर का नाम सीगा बाबा दीवान सिंह, माता राम कौर, ठीक है जी। तो बचपन च इन्हों का नाम जिहड़ा सीगा दित्ता राम रखा गया। और गुलाबी दास सी, दास एक महंत महात्मा से, संत गुरबख्श उन्होंने डेरे सोया अध्ययन सदका बहुत इन्होंने जोड़ा ग्रंथ वगैरह पढ़ के उन्होंने ज्ञान हासिल किया। तो बड़ा होके वो जो बच्चा सेगा ਦਿੱਤ राम ਗਿਆਨੀ ਦਿੱਤ ਸਿੰਘ के नाम नाल पूरी दुनिया के मशहूर होया, ठीक है जी। हुण उस जगह के उपर जी गुरुद्वारा तपोसर बनया है जी, जन्म स्थान ਗਿਆਨੀ ਦਿੱਤ ਸਿੰਘ कलौड़ अजकल बनया होया। तो 1880 के विच जिहड़ा इन्हां दा विआह होया जी, 72 भी है, 80 भी है, थोड़ा मिसप्रिंट है, चलो 72। बिशन कौर सीगा जी उन्होंने वाइफ का नाम। तो फिर उत्थों फिर जिहड़े ये लाहौर रहिंदियां संत देसा सिंह कोलों इन्होंने फिर विद्या प्राप्त की। चलो ये थोड़ा उन्होंने जीवन बारे जानकारी है, इन्ना साडे पेपर के नाल संबंधित गल नहीं हैगी। उस तो बाद जी लाहौर च सीगे प्रोफैसर गुरमुख सिंह, उन्होंने प्रेरणा के नाल इन्होंने अमृत छकिया और सिंह बन गए जी। फिर 1 साल के विच पंजाब यूनीवर्सिटी लाहौर तो ज्ञानी का इम्तिहान पास कर लिया इन्होंने। बच्चे सीगे जी इन्होंने बलदेव सिंह ते विद्यावंती। तो हुण इन्हां दे विच खास चीज़ की है जी, ਗਿਆਨੀ ਦਿੱਤ ਸਿੰਘ अजिहा व्यक्ति है जी जिहड़ा एक दिन भी स्कूल नहीं गया पर दुनिया के विच पहले पंजाबी के प्रोफैसर बने। हुण एक दिन भी स्कूल नहीं गए और पहले जिहड़े पंजाबी के प्रोफैसर बने। शुरुआत दे विच जिहड़ा इन्हां दा सीगा जी आर्या समाज लहर दे नाल मिल के काम कीता, परंतु होया क्या जी 25 नवंबर 1888 ਦੇ ਲਾਹੌਰ ਆਰੀਆ समाज का 11वां ਜਿਹੜਾ इजलास ਸੀਗਾ ਉਹਦੇ ਵਿੱਚ ਸਿੱਖ ਗੁਰੂਆਂ ਦਾ ਨਿਰਾਦਰ ਹੋਇਆ ਜੀ। ਉਹਦੇ ਕਾਰਨ ਇਹਨਾਂ ਦਾ ਵਿਖਰੇਵਾਂ ਹੋ ਗਿਆ। ਥੋੜੀ ਜਿਹੀ ਇੱਥੇ ਅਸੀਂ ਗੱਲ ਐਡ ਕਰ ਦਈਏ ਕਿ ਇੱਕ स्वामी दयानंद जी हैगे जी जो आर्या समाज के प्रवर्तक, जिन्होंने आर्या समाज की लहर शुरू की सी। स्वामी दयानंद जी की पुस्तक हैगी है जी सत्यार्थ प्रकाश, उन्होंने बुक है। वो सत्यार्थ प्रकाश के जिदा कबीर साहब है जी, गुरु नानक साहब है जी, उन्होंने बारे इतराजयोग टिप्पणियां हैगियां। हालांकि ये कदे मुद्दा इन्ना इशू नहीं बनया, पर उन्होंने गुरु नानक जी ਲਈ ਜਿਹੜੀ बड़ी भद्दी शब्दावली स्वामी दयानंद जी ने ਉਹਦੇ ਵਿੱਚ ਵਰਤੀ ਹੋਈ ਹੈ ਜੀ ਆਪਣੀ पुस्तक ਦੇ ਵਿੱਚ। ਹੁਣ ਜਿਹੜਾ ਪ੍ਰਵਰਤਕ ਹੈ ਕਿਸੇ ਸਮਾਜ ਨੂੰ ਚਲਾਉਣ ਵਾਲਾ ਆਰੀਆ ਸਮਾਜ ਦਾ, ਜਦੋਂ ਉਹਨਾਂ ਦੇ ਮੁਖੀ ਦੀ ਇਹ ਹੋਊਗੀ ਕਿਸੇ ਮਹਾਪੁਰਸ਼ਾਂ ਦੇ ਬਾਰੇ 'ਚ ਇਸ ਤਰ੍ਹਾਂ ਦੀ ਸੋਚ ਹੋਊਗੀ ਤਾਂ ਜਿਹੜੇ ਉਹਨਾਂ ਦੇ ਅੱਗੇ ਆਉਣ ਵਾਲੇ ਹੈਗੇ ਉਹ ਸਾਰੇ ਉਸ ਹੀ ਸੋਚ ਨਾਲ ਗ੍ਰਸਤ ਹੋ ਜਾਂਦੇ। तो यही चीज़ जी है ਗਿਆਨੀ ਦਿੱਤ ਸਿੰਘ जी होरां दे नाल 25 नवंबर 1888 में लाहौर के होई। हुण इन्होंने आर्या समाज में ज्वाइन कर लिया जी, बहुत अच्छी मूवमेंट समझ के, लहर समझ के कि अच्छी लहर है जिन्होंने आप ज्वाइन करने उन्होंने नाल मिल के काम करते सी। पर जदों उन्होंने विचार से जिहड़े सिख गुरुआं दे बारे वो निरादर करने वाले से, क्योंकि जिहड़े स्वामी दयानंद जी सीगे वेदां नूं सब तो श्रेष्ठ मनदे सी। पर जिहड़ा गुरु नानक जी है जी उन्होंने उतों अलग कंसैप्ट की गल की है, पर फिर कितने चर्चा करांगे गुरमत काव्य की जो असीं वीडियो बनावांगे। हुण आपां सिंपल ये समझ लीए जी कि सिख गुरुआं दे बारे जिहड़ा स्वामी दयानंद सरस्वती हैगे उन्हां दा सत्यार्थ प्रकाश जिहड़ी बुक सीगी ਉਹਦੇ ਵਿੱਚ सिख गुरुआं दे बारे भद्दी शब्दावली वरती गई, उन्होंने गलत कहा गया। इस गल नूं लैके विखरेवा हो गया ਗਿਆਨੀ ਦਿੱਤ ਸਿੰਘ जी का और आर्या समाज का। फिर सिंह सभा लाहौर और खालसा कॉलेज अमृतसर का मोढी बनने के नाल नाल उन्होंने अपनी विद्वता के बलबूते
ਹੁਣ ਦੇਖੋ ਇਹ ਬਹੁਤ ਬੜੀ ਇੰਪੋਰਟੈਂਟ ਚੀਜ਼ ਹੈ। ਆਰੀਆ ਸਮਾਜ ਦਾ ਜਿਹੜਾ ਮੁਖੀ ਸੀਗਾ ਸਵਾਮੀ ਦਇਆਨੰਦ, ਉਹਦੇ ਨਾਲ 3 ਧਾਰਮਿਕ ਬਹਿਸਾਂ ਹੋਈਆਂ ਜੀ। ਇਹ ਦਇਆਨੰਦ ਸਰਸਵਤੀ ਜਿਹੜੇ ਨਾ ਉਹ ਕੀ ਕਰਦੇ ਸੀ ਕਿ ਇਹ ਸ਼ਾਸਤਰਾਰਥ ਅਸੀਂ ਹਿੰਦੀ ਦਾ ਸ਼ਬਦ ਹੈ, ਪੰਜਾਬੀ 'ਚ ਉਹਨੂੰ ਆਪਾਂ ਕਹਿੰਦੇ ਹਾਂ ਧਾਰਮਿਕ ਬਹਿਸ ਕਰਦੇ ਹੁੰਦੇ ਸੀ। ਉਹਦੇ ਵਿੱਚ ਕੀ ਸੀ, ਉਹ ਸੰਸਕ੍ਰਿਤ ਦੇ ਬੜੇ ਉਹ ਵਿਦਵਾਨ ਸੀਗੇ, ਮਤਲਬ ਬਹੁਤ ਫਲੂਐਂਟਲੀ ਸੰਸਕ੍ਰਿਤ ਨੂੰ ਬੋਲ ਲੈਂਦੇ ਸੀ। ਤੋ ਲਗਾਤਾਰ ਸੰਸਕ੍ਰਿਤ ਬੋਲ ਕੇ ਦੂਜਿਆਂ ਨੂੰ ਇਹ ਲੱਗਦਾ ਸੀ ਵੀ ਜੀ ਸਵਾਮੀ ਜੀ ਨੂੰ ਜਿੰਨਾ ਪਤਾ ਕਿਸੇ ਨੂੰ ਪਤਾ ਨਹੀਂ। ਪਰ ਜਦੋਂ ਉਹਨਾਂ ਦੀ ਜਿਹੜੀ ਇਹੀ ਚਰਚਾ ਜਿਹੜੀ ਹੈ ਉਹ ਗਿਆਨੀ ਦਿੱਤ ਸਿੰਘ ਜੀ ਦੇ ਨਾਲ ਹੋਈ ਤਾਂ 3 ਵਾਰੀ ਸਵਾਮੀ ਦਇਆਨੰਦ ਨੂੰ ਮਾਤ ਦਿੱਤੀ ਗਿਆਨੀ ਦਿੱਤ ਸਿੰਘ ਜੀ ਨੇ। ਸਿੱਖੀ ਦੀ ਡਿੱਗ ਰਹੀ ਸਾਖ ਨੂੰ ਮੁੜ ਉੱਚਾ ਚੱਕਣ ਦੇ ਯਤਨ ਦੇ ਨਾਲ ਗਿਆਨੀ ਜੀ ਨੇ ਕਿਆ ਕੀਤਾ ਜੀ, ਉਹਨਾਂ ਨੇ ਦਿੱਤ ਸਿੰਘ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਜੜੋਂ ਖਤਮ ਕਰਨ ਦਾ ਸਿਰਤੋੜ ਯਤਨ ਕੀਤਾ। ਅੱਗੇ ਆਪਾਂ ਇਹਨਾਂ ਦੀ ਬਹਾਦਰੀ ਦੀ ਗੱਲ ਕਰਾਂਗੇ। ਉਹ ਅੰਧ ਵਿਸ਼ਵਾਸਾਂ ਦਾ ਵਿਰੋਧ, ਹਾਂਜੀ ਹੁਣ ਉਹਨਾਂ ਨੇ ਅੰਧ ਵਿਸ਼ਵਾਸਾਂ ਦਾ ਵਿਰੋਧ ਕਰਨ ਲਈ ਹਫ਼ਤਾਵਾਰੀ ਜਿਹੜਾ ਖਾਲਸਾ ਅਖਬਾਰ ਸੀਗਾ ਲਾਹੌਰ, ਉਹਦੇ ਵਿੱਚ ਲਿਖਤਾਂ ਲਿਖੀਆਂ ਜੀ, ਭਾਸ਼ਣ ਰਾਹੀਂ ਵਹਿਮ ਭਰਮ ਫੋਕੇ ਕਰਮਕਾਂਡ, ਟੂਣੇ ਟਾਮਣ, ਮੜੀ ਮਸਾਣਾ, ਨੜੀ ਮਾਰਾਂ, ਕੁੜੀ ਮਾਰਾਂ, ਝਾੜ ਫੂਕ, ਪਖੰਡ, ਅੰਧ ਵਿਸ਼ਵਾਸਾਂ ਦਾ ਵਿਰੋਧ ਕੀਤਾ ਔਰ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਭਰੋਸਾ ਰੱਖਣ ਲਈ ਪ੍ਰੇਰਿਤ ਕੀਤਾ। ਫਿਰ ਉਹਨਾਂ ਨੇ 37 ਸਿੰਘ ਸਭਾਵਾਂ ਜੋੜ ਕੇ, ਅਲੱਗ-ਅਲੱਗ ਸਿੰਘ ਸਭਾ ਜਿਹੜੀਆਂ ਬਣੀਆਂ ਹੋਈਆਂ ਸੀ ਉਹਨਾਂ ਨੂੰ ਜੋੜ ਕੇ ਭਾਈ ਜਵਾਹਰ ਸਿੰਘ ਨਾਲ ਮਿਲ ਕੇ ਖਾਲਸਾ ਦੀਵਾਨ ਅੰਮ੍ਰਿਤਸਰ ਦੀ ਸਥਾਪਨਾ ਕੀਤੀ। ਠੀਕ ਹੈ ਜੀ। ਉਹ ਤੋਂ ਬਾਅਦ ਫਿਰ ਜਾਤ ਪਾਤ ਦਾ ਇਹਨਾਂ ਨੇ ਵਿਰੋਧ ਜਿਹੜਾ ਜੀ, ਪਖੰਡ ਅਡੰਬਰਾਂ ਦਾ, ਉਹ ਸਾਰਾ ਹੀ ਸਮਕਾਲੀ ਜਿਹੜੀਆਂ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਨਾਲ ਟੱਕਰ ਲਈ। ਦਰਬਾਰ ਸਾਹਿਬ ਦੇ ਵਿੱਚ ਜਿਹੜਾ ਇਹਨਾਂ ਦਾ ਮੇਨ ਕੰਮ ਸੀਗਾ ਜੀ, ਇੱਥੇ ਥੋੜਾ ਮਿਸਪ੍ਰਿੰਟ ਹੈ, ਤੁਸੀਂ ਹਟਵਾਣਾ ਪੜ੍ਹਨੇ ਨੂੰ ਟੈਂਕਾ ਹੈ ਜੀ, ਹਟਵਾਣਾ। ਦਰਬਾਰ ਸਾਹਿਬ ਦੇ ਜਿਹੜੀ ਡਿਓਢੀ ਹੈ ਜੀ ਬਾਹਰ, ਉੱਥੇ ਮੂਰਤੀਆਂ ਲੱਗੀਆਂ ਹੋਈਆਂ ਸੀਗੀਆਂ, ਉਹ ਮੂਰਤੀਆਂ ਹਟਾਉਣ ਦੀ ਜਿਹੜੀ ਪਹਿਲ ਕਰਮੀ ਹੈ ਗੁਰਮੁਖ ਸਿੰਘ ਜੀ ਨੇ ਕੀਤੀ ਸੀ। ਔਰ ਇੱਕ ਬੜੀ ਇੰਪੋਰਟੈਂਟ ਚੀਜ਼ ਹੈ, ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ, ਕਿ ਦਰਬਾਰ ਸਾਹਿਬ ਜੋ ਅੰਮ੍ਰਿਤਸਰ ਹੈ ਜੀ, ਹਰਿਮੰਦਰ ਸਾਹਿਬ, ਉੱਥੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਕ ਬਾਬਾ ਬੈਠਦੇ ਸੀਗੇ ਜੀ, ਖੇਮ ਸਿੰਘ ਬੇਦੀ। ਉਹ ਗੱਦੀ ਲਗਾ ਕੇ ਬੈਠਦੇ ਹੁੰਦੇ ਸੀ ਔਰ ਗਿਆਨੀ ਦਿੱਤ ਸਿੰਘ ਜੀ ਨੇ ਗੱਦੀ ਖਿੱਚ ਕੇ ਸੜਕ ਤੇ ਸੁੱਟ ਦਿੱਤੀ ਬਾਹਰ। ਉਹਨਾਂ ਦੀ ਦਰਬਾਰ ਸਾਹਿਬ ਦੇ ਵਿੱਚ ਗੱਦੀ ਸੀਗੀ ਲੱਗੀ ਹੋਈ, ਬਾਬਾ ਖੇਮ ਸਿੰਘ ਬੇਦੀ ਬੈਠਦੇ ਸੀ, ਉਹ ਗੱਦੀ ਖਿੱਚ ਕੇ ਉਹਨਾਂ ਨੇ ਬਾਹਰ ਸੁੱਟ ਦਿੱਤੀ ਸੀ ਗਿਆਨੀ ਦਿੱਤ ਸਿੰਘ ਜੀ ਨੇ। ਤੋ ਸਾਹਿਤਕ ਰਚਨਾਵਾਂ ਦੀ ਗੱਲ ਕਰ ਲਈਏ ਜੀ, ਉਹਨਾਂ ਦੀਆਂ ਛੋਟੇ ਜਿਹੇ ਜੀਵਨ ਦੇ ਵਿੱਚ ਜਿੱਦਾਂ ਅਸੀਂ ਗੱਲ ਕੀਤੀ ਹੈ, ਪੰਜਾਬੀ ਮਾਂ ਬੋਲੀ ਦੀ ਝੋਲੀ ਦੇ ਵਿੱਚ ਉਹਨਾਂ ਨੇ 72 ਪੁਸਤਕਾਂ ਪਾਈਆਂ। ਠੀਕ ਹੈ, ਉੱਪਰ ਅਸੀਂ 30 ਪੁਸਤਕਾਂ ਦੀ ਗੱਲ ਕੀਤੀ ਸੀ, ਤਾਂ ਟੋਟਲ ਜਿਹੜੀਆਂ ਇਹਨਾਂ ਦੀਆਂ ਪੁਸਤਕਾਂ ਉਹ 72 ਹੈਗੀਆਂ ਜੀ। ਤੇ ਇਹਦੇ ਨਾਲ ਨਾਲ ਇਹਨਾਂ ਨੇ ਆਪਣੇ ਖੂਨ ਦੇ ਨਾਲ ਕਹਿੰਦੇ ਜੀ ਸਿੱਖੀ ਦੇ ਬੂਟੇ ਨੂੰ ਸਿੰਜਿਆ। ਪੰਜਾਬੀ ਨਿਸ਼ਕਾਮ ਸੇਵਾ ਅੰਤਮ ਸਵਾਸਾਂ ਤੱਕ ਕੀਤੀ ਔਰ ਸਿੱਖ ਕੌਮ ਨੂੰ ਸਹੀ ਰਸਤੇ ਤੇ ਤੋਰਨ ਦੀ ਕੋਸ਼ਿਸ਼ ਕੀਤੀ। ਗੱਲ ਹੋ ਗਈ ਸੀ ਪੰਜਾਬੀ ਪੱਤਰਕਾਰੀ ਦਾ ਪਿਤਾਮਾ। ਜਿਹੜੀਆਂ ਚੀਜ਼ਾਂ ਅਸੀਂ ਹਾਈਲਾਈਟ ਕਰਦੇ ਹੁੰਦੇ ਜੀ, ਉਹਨਾਂ ਦੇ ਉੱਪਰ ਜ਼ਰੂਰ ਧਿਆਨ ਦਿਆ ਕਰੋ। ਹਾਂਜੀ, ਹੁਣ ਕਿਤਾਬਾਂ ਦੀ ਗੱਲ ਕਰ ਲਈਏ ਜੀ, ਕਿਹੜੀਆਂ ਉਹਨਾਂ ਦੀਆਂ ਹੈਗੀਆਂ ਤੇ ਉਹਨਾਂ ਦੇ ਵਿਸ਼ੇ ਜਿਹੜੇ ਹੈਗੇ ਉਹਦੇ ਬਾਰੇ 'ਚ ਆਪਾਂ ਗੱਲ ਕਰ ਲੈਂਦੇ ਹਾਂ। ਕਿਸ ਕਿਸ ਵਿਸ਼ੇ ਦੇ ਉੱਪਰ ਉਹਨਾਂ ਦੀਆਂ ਕਿਤਾਬਾਂ ਹੈ ਜੀ। ਗੁਰੂਆਂ ਦੇ ਜੀਵਨ ਦੇ ਨਾਲ ਸੰਬੰਧਿਤ ਹੈ ਜੀ ਜਿਹੜੀਆਂ, ਉਹ ਹੈਗੀਆਂ ਜੀ ਗੁਰੂ ਨਾਨਕ ਪ੍ਰਬੋਧ ਤੇ ਗੁਰੂ ਅਰਜਨ ਪ੍ਰਬੋਧ ਹੈ ਜੀ। ਇੱਥੇ ਪ੍ਰਬੋਧ ਲਿਖਣ ਤੋਂ ਮਿਸਪ੍ਰਿੰਟ ਹੋ ਗਿਆ, ਨਹੀਂ ਲਿਖ ਸਕੇ। ਇਸ ਤੋਂ ਬਿਨਾਂ ਪਖੰਡ ਖੰਡਨ ਦੇ ਉੱਪਰ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਜੀ, ਪਖੰਡ ਦਾ ਜਿਹਦੇ ਵਿੱਚ ਖੰਡਨ ਕੀਤਾ ਗਿਆ ਪੁਸਤਕਾਂ। ਦੰਭ ਵਿਦਾਰਨ ਨਾਮ ਤੋਂ ਹੀ ਕਲੀਅਰ ਹੈ ਜੀ, ਦੁਰਗਾ ਪ੍ਰਬੋਧ, ਨਕਲੀ ਸਿੱਖ ਪ੍ਰਬੋਧ, ਦਲੇਰ ਸਿੰਘ, ਡਰਪੋਕ ਸਿੰਘ, ਇਹ ਜਿਹੜੀਆਂ ਉਹਨਾਂ ਦੀਆਂ ਪਖੰਡ ਖੰਡਨ ਦੇ ਉੱਪਰ ਪੁਸਤਕਾਂ ਹੈਗੀਆਂ ਜੀ। ਇਹ ਤੋਂ ਇਲਾਵਾ ਗੁਰਮਤਿ ਸਿਧਾਂਤਾਂ ਦੇ ਉੱਪਰ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਜੀ, ਉਹ ਹੈਗੀਆਂ ਜੀ ਪੰਥ ਪ੍ਰਬੋਧ, ਅੰਮ੍ਰਿਤ ਪ੍ਰਬੋਧ, ਗੁਰੂ ਨਾਨਕ ਪ੍ਰਬੋਧ, ਰਾਜ ਪ੍ਰਬੰਧ। ਇਹ 4 ਪੁਸਤਕਾਂ ਜਿਹੜੀਆਂ ਉਹ ਗੁਰਮਤਿ ਸਿਧਾਂਤਾਂ ਦੇ ਉੱਪਰ। ਦੰਭ ਵਿਦਾਰਨੀ ਸਾਹਿਤ, ਮਤਲਬ ਪਖੰਡ ਨੂੰ ਦੂਰ ਕਰਨ ਦੇ ਲਈ ਜਿਹੜੇ ਉਹਨਾਂ ਨੇ ਸਾਹਿਤ ਲਿਖਿਆ ਜੀ, ਉਹਦੇ ਵਿੱਚ ਹੈਗੇ ਜੀ ਸਭ ਤੋਂ ਇੰਪੋਰਟੈਂਟ ਹੈ ਜੀ ਮੇਰਾ ਤੇ ਸਵਾਮੀ ਦਇਆਨੰਦ ਦਾ ਸੰਵਾਦ। ਇਹ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ ਹੈ ਜੀ ਬੁੱਕ, ਯਾਦ ਰੱਖਣਾ ਤੁਸੀਂ। ਪੰਥ ਸੁਧਾਰ ਬਿਨਾਈ ਪੱਤਰ, ਅਬਲਾ ਨਾਰੀ, ਨਕਲੀ ਸਿੱਖ ਪ੍ਰਬੋਧ, ਗੁੱਗਾ ਗਪੌੜਾ, ਸੁਲਤਾਨ ਪੁਆੜਾ, ਵਿਦਾਰਨ ਗ੍ਰੰਥ, ਸਵਪਨ ਨਾਟਕ, ਮੀਰਾ ਮਨੋਤ, ਇਹ ਜਿਹੜੇ ਹੈਗੇ ਦੰਭ ਵਿਦਾਰਨੀ ਸਾਹਿਤ ਹੈ। ਉਹ ਤੋਂ ਇਲਾਵਾ ਸ਼ਹੀਦ ਜਿਹੜੇ ਸਿੰਘ ਹੈ ਜੀ, ਉਹਨਾਂ ਦੇ ਉੱਪਰ ਉਹਨਾਂ ਦੇ ਪ੍ਰਸੰਗ ਹੈਗੇ ਜੀ ਤਾਰਾ ਸਿੰਘ, ਸੁਬੇਗ ਸਿੰਘ, ਮਹਿਤਾਬ ਸਿੰਘ, ਮੀਰਾ ਕੋਟੀਆਂ, ਭਾਈ ਤਾਰੂ ਸਿੰਘ, ਭਾਈ ਬੋਤਾ ਸਿੰਘ। ਇਹ ਤੋਂ ਇਲਾਵਾ ਜਿਹੜੀਆਂ ਉਹਨਾਂ ਦੀਆਂ ਪੁਸਤਕਾਂ ਹੈਗੀਆਂ ਜੀ, ਉਹ ਹੈਗੀ ਰਾਜਨੀਤੀ ਪ੍ਰਮੋਦ ਨਾਟਕ, ਉਹਦੇ ਵਿੱਚ ਹੈ ਜੀ ਕਿੱਸਾ ਸ਼੍ਰੀ ਫਰਹਾਦ ਦਾ, ਅਬਲਾਨੰਦ, ਸਮੱਸਿਆ ਪੂਰਤੀ, ਨੀਤੀ ਵਾਰਤਾ। ਕਈ ਵਾਰੀ ਪੁੱਛਿਆ ਜਾਂਦਾ ਜੀ ਕਿ ਕਿਹੜੇ ਆਧੁਨਿਕ ਵਾਰਤਾਕਾਰ ਹੈ ਜਿਨ੍ਹਾਂ ਨੇ ਸ਼੍ਰੀ ਫਰਹਾਦ ਦਾ ਕਿੱਸਾ ਲਿਖਿਆ, ਤਾਂ ਉਹ ਗਿਆਨੀ ਦਿੱਤ ਸਿੰਘ ਹੈ, ਤੁਸੀਂ ਯਾਦ ਰੱਖਣਾ ਜੀ। ਤੇ ਸਮਾਜ ਸੁਧਾਰ ਦੀ ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਸੀਗੀ
कि वड्डा जिहड़ा उन्होंने भूमिका निभाई है जी और अपनी गल नूं कहण दी दलेरी रखते सी। जिद्दां असीं कहा भी हुण किड्डी वड्डी गल है जी, हरमंदर साहिब दे विच मूर्तियां लगियां होईयां सालां तो स्थापित है, उन्हां नूं जाके उत्थों हटा देना जां जिहड़ा उत्थे बाबा सीगे खेम सिंह वो चक के गद्दी बाहर सुੱਟ देनी, काफ़ी हौसले वाले दलेरी वाले जिहड़े काम और तर्क ते दलील दे नाल अपनी हर गल नूं कहण दी गल दी पुष्टि करदे सीगे। उन्होंने सारी उम्र जी इस अपने कारज के लाई है जी, सिक्खी के लिए, समाज सुधार के लिए और जिन्नियां समाजिक कुरीतियां जी उन्होंने डट के विरोध किया, इन्हों तो मुक्ति लिए जोरदार प्रचार किया। अफसोस की गल है जी, हुण कहना पै रहा पर कहांगे जरूर कि 6 सितंबर 1901 नूं उन्होंने मौत तो बाद उस टीचे नूं अगे नहीं तोड़िया गया। तो यह सी जी सरसरी एक जानकारी उन्होंने बारे। थोड़ा जिहा हुण इहदे डीप आपां देख लैंदे हां जी ज्ञानी दत्त सिंह होरां बारे। गल असीं कीती सी कि उन्हां दा जन्म होया जी 21 अप्रैल 1852 नूं ते उस तो बाद 6 सितंबर नूं उन्हां दी डैथ हुई सी। ये गल साडी हो चुकी सी पहला। ते समाज सुधारक है सिंह सभा लहर खालसा दीवान लाहौर ये करता धरता ते उन्हां दी जिहड़ी बोली सी जी बराजी ते पंजाबी विच गद और पद दे ये प्रतिभाशील लेखक सीगे। खास जिहड़े उन्हां दे काम रहे जी वो है पंजाबी पत्रकारी ते भाषण लैक्चर दिते सी, बहसां और शास्त्रार्थ जिद्दां असीं गल कीती सी ते लखां लोकां नूं हमख्याल बनाया और विरोधियों नूं पेड़ विचों दलील नाल भजाउण वाले उहनूं कहा जांदा। दलील इस ढंग दी हुंदी सी कि विरोधी उहदा जवाब नहीं दे सकदे सी। उन्हां दा जन्म होया सी जी 21 अप्रैल 1852 नूं। एक रविदासिया परिवार सीगा, भाई दीवान सिंह उन्हां दे फादर सीगे। असीं गल पहलां कर लई सी ते आनंदपुर कलौड़, कई जगह आनंदपुर भी है जी, आनंदपुर कलौड़ जिहड़ा हैगा उत्थे होया जी। उस समय वो रियासत पटियाला सी, अजकल जिला फतेहगढ़ साहब हैगा। छोटी उम्र में गुलाबदासी संप्रदाय के डेरा सीगा जी, उत्थों वेदांत पिंगल ते होर धार्मिक ग्रंथ जिहड़े उन्होंने पढ़े ते चट्ठियां वाला डेरा जिहड़ा लाहौर है उत्थों फिर गुलाबदासी कोल आ गए। ये थोड़ा उन्होंने जीवन संबंधित है जी, असीं गल कर चुके हैं। मेन जिहड़ी असीं गल करनी है उन्होंने रचनावां दे बारे दोबारा आपां जिहड़ियां देखियां सी उहदे विच इतिहासक पुस्तकां उन्हां दीयां किहड़ियां ने ਉਹੀ है जी जिहड़ियां असीं पहलां कीतियां। थोड़ा वर्गीकरण अलग ढंग दे नाल आपां कीता है। इहदे विच पहला है जी भाई सुबेग सिंह दी शहीदी, ये इतिहासक पुस्तक है। मीरा कोटिए महताब सिंह दी शहीदी, भाई तारू सिंह दी शहीदी, भाई बोता सिंह दी शहीदी, ਸਿੰਘਣੀਆਂ ਦੇ सिदक, सिख बच्चे की शहीदी, तारा सिंह की शहीदी, ये है इतिहासक पुस्तक। इस तो इलावा जीवनियां है जी जिहड़ियां उन्होंने लिखियां। जीवन श्री गुरु नानक साहिब, श्री गुरु अमरदास साहिब, गुरु अर्जन देव साहिब, गुरु हरराय साहिब, गुरु हरकृष्ण साहिब, कलगीधर उपकार, गुरु गोबिंद सिंह की जीवनी है जी। ज्ञानी दत्त सिंह होरां दी लिखी हुई। ये प्रश्न पूछ लिया जाता जी गुरु गोबिंद सिंह की जी जीवनी ज्ञानी दत्त सिंह उन्होंने लिखी उसका नाम की है, तुसीं याद रखना जी कलगीधर उपकार। उस तो बाद है जी सिद्धांतक ते सामयिक प्रभाव वाली जिहड़ियां पुस्तकां हैगियां उहदे विच हैगा दंभ विधारण, दुर्गा प्रबोध, नकली सिख प्रबोध, गुरमत आरती प्रबोध, पंथ सुधार विनय पत्तर, भगत मंगल, सुल्तान पुआड़ा, राज प्रबोध, मेरा ते साधु दयानंद दा संवाद, डरपोक सिंह, धर्म दर्पण, गोगा गपौड़ा, पंथ प्रबोध, नीति प्रकाश, दित हरी उपदेश माला, प्रतिज्ञ पालन, पम्मा प्रबोध ते सलानी सिंह भाग ये दो है। तो फुटकल रचनावां है जी पलटा नंबर 15 की बहादुरी, खालसे दे बोल, अमृत वधाई। मूल रूप दे जो ज्ञानी दत्त सिंह है जी ब्रज भाषा के कवि सीगे, पर वार्तक रचना जी उन्होंने की है वो पंजाबी दे विच। उहदा कारण की सीगा कि जो निबंध सीगे लोकां नूं समाज सुधार के लिए उन्होंने यतन सीगा, उन्होंने हथियार बनाया तो आम लोग जिहड़े वो पंजाबी भाषा नूं आसानी नाल समझदे सीगे। ते उन्हां दीयां जिन्नियां भी लिखतां हैगियां जी उन्हां दी जिहड़ी खास गुण की है जी दलील ते उदाहरण, दो चीज़ उन्हां दा गुण हैगा। ते उन्हां दी मात्रा जिहड़ी है वो बृजी कविता के टाकरे बहुत थोड़ी है जिहड़ी उन्होंने पंजाबी दे विच कवितावां लिखियां हैगियां। ते दलील नाल विरोधियों निरोत्तर कर दिंदे सी। असीं गल कीती है जिद्दां हुण महर्षि कहाउण वाले दयानंद जिहड़े सीगे आर्य समाज दे, इदां दे जिहड़े सीगे उन्होंने शास्त्रार्थ या चर्चा दे विच मात दे दित्ती सीगी। तो एक होर है जी पेपर नाल संबंधित चीज़ है कि जिहड़ी दंभ विधारण पुस्तक है जी ये उन्हां दी डैथ तो बाद छपी है ना। पुछ लिया जाता किहड़ी किताब उन्हां दी
ਮੌਤ ਹੋਣ ਤੋਂ ਬਾਅਦ ਛਪੀ ਸੀ। ਤਾਂ ਇਹ ਛਪੀ ਸੀ ਜੀ ਦੰਭ ਵਿਧਾਰਨ, ਔਰ ਇਹਦੇ ਐਂਡ ਦੇ ਵਿੱਚ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਦੀ ਸੂਚੀ ਦਿੱਤੀ ਹੋਈ ਹੈ ਜੀ, ਜੋ ਅਸੀਂ ਉੱਪਰ ਦੱਸਿਆ ਇਹ ਸਾਰੀ ਉੱਥੋਂ ਲਈ ਗਈ ਹੈ ਲਿਸਟ ਸਾਰੀ ਕਿਤਾਬਾਂ ਦੀ। ਹੁਣ ਉਹਨਾਂ ਦਾ ਥੋੜਾ ਆਲੋਚਨਾਤਮਕ ਪੱਖ ਅਸੀਂ ਐਂਡ ਦੇ ਵਿੱਚ ਦੇਖ ਲਈਏ ਜੀ। ਆਲੋਚਨਾਤਮਕ ਕੀ ਹੈ ਕਿ ਅਸੀਂ ਉਹਨਾਂ ਨੂੰ ਉੱਘਾ ਸ਼ੈਲੀਕਾਰ ਨਹੀਂ ਆਖ ਸਕਦੇ। ਸ਼ੈਲੀ ਜਿਹੜੀ ਹੈ ਉਹ ਜ਼ਿਆਦਾ ਅੱਛੀ ਨਹੀਂ ਹੈਗੀ, ਕਿਉਂਕਿ ਉਹਨਾਂ ਦੀ ਜੋ ਲਿਖਤ ਹੈ ਉਹ ਮਿਸ਼ਰਤ ਢੰਗ ਦੀ ਹੈ। ਸ਼ਬਦ ਜੋੜ ਜਿਹੜੇ ਆ ਉਹ ਪੁਰਾਣੇ ਹੈ, ਪਰ ਜਿਹੜਾ ਲਿਖਤ ਦਾ ਲਹਿਜਾ ਉਹ ਬਹੁਤੀ ਵਾਰ ਪੁਰਾਤਨ ਵਾਰਤਕ ਦੇ ਨਾਲ ਮੇਲ ਖਾਂਦਾ। ਹੁਣ ਸਮਾਂ ਜਿਹੜਾ ਆਧੁਨਿਕ ਸੀਗਾ, ਸ਼ਰਧਾ ਰਾਮ ਫਲੋਰੀ, ਬਿਹਾਰੀ ਲਾਲ ਪੁਰੀ ਹੋਰੀ ਆਧੁਨਿਕ ਵਾਰਤਕ ਲਿਖ ਰਹੇ ਸੀ, ਪਰ ਜਿਹੜਾ ਗਿਆਨੀ ਦਿੱਤ ਸਿੰਘ ਹੈ ਉਹਨਾਂ ਦਾ ਹਾਲੇ ਵੀ ਜਿਹੜਾ ਢੰਗ ਹੈ ਉਹ ਪੁਰਾਤਨ ਹੀ ਸੀਗਾ। ਦੂਜਾ ਉਹਦੇ ਵਿੱਚ ਜਿਹੜਾ ਨੁਕਸ ਉਹਨਾਂ ਦੇ ਡਾਊਟ ਜਾਂ ਆਪਾਂ ਕਹਿ ਲਈਏ ਜਾਂ ਜਿਹੜਾ ਨੈਗੇਟਿਵ ਪੁਆਇੰਟ ਉਹ ਇਹ ਲਿਆ ਜਾਂਦਾ ਕਿ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਸੀਗੀਆਂ ਪਹਿਲਾਂ ਅਖਬਾਰਾਂ ਰਸਾਲਿਆਂ 'ਚ ਪ੍ਰਕਾਸ਼ਿਤ ਹੋ ਕੇ ਪਿੱਛੋਂ ਕਿਤਾਬਾਂ ਦੇ ਵਿੱਚ ਆਉਂਦੀਆਂ ਸੀਗੀਆਂ। ਉਹਦੇ ਨਾਲ ਕੀ ਹੁੰਦਾ, ਉਹਨਾਂ ਦੇ ਵਿੱਚ ਪੱਤਰਕਾਰੀ ਵਾਲੀ ਕਾਲ ਅਤੇ ਸਾਹਿਤਕ ਸੋਚ ਦੀ ਘਾਟ ਮਹਿਸੂਸ ਹੁੰਦੀ ਹੈ। ਹੁਣ ਪੱਤਰਕਾਰ ਜੋ ਹੈ ਨਾ ਜੀ, ਉਹਨੇ ਫਟਾਫਟ ਆਪਣੀ ਖਬਰ ਜਾਂ ਆਪਣਾ ਲੇਖ ਛਾਪਣਾ ਹੁੰਦਾ, ਫਿਰ ਉਹਦੇ ਉੱਪਰ ਖੋਜ ਨਹੀਂ ਕਰਦਾ। ਪਰ ਜਦੋਂ ਕੋਈ ਸਾਹਿਤਕਾਰ ਕਿਤਾਬ ਲਿਖੂਗਾ ਨਾ, ਕਿਤਾਬ ਦੇ ਲਈ ਲੰਬਾ ਚੌੜਾ ਖੋਜ ਕਰੂਗਾ, ਉਹਨੂੰ ਫਿਰ ਲੈ ਕੇ ਆਸਾਨੀ ਦੇ ਨਾਲ ਸੈਟਿੰਗ ਕਰਕੇ ਉਹਦੇ ਸਾਰੇ ਸ਼ਬਦਾਂ ਨੂੰ ਵਾਕਾਂ ਨੂੰ ਸਹੀ ਬਣਾ ਕੇ ਸਾਹਿਤਕ ਸੋਚ ਦੇ ਨਾਲ ਪੁਸਤਕ ਛਾਪੀ ਜਾਂਦੀ ਹੈ। ਪਰ ਕਿਉਂਕਿ ਅਖਬਾਰ ਦੇ ਵਿੱਚ ਲੇਖ ਜਿਹੜੀ ਹੈ ਉਹ ਇੱਕ ਸੰਖੇਪ ਰਚਨਾ ਹੁੰਦੀ, ਉਹਦੇ ਵਿੱਚ ਇੰਨਾ ਜ਼ਿਆਦਾ ਇਹਨਾਂ ਸਾਹਿਤਕ ਸੋਹਜ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਉਹਨਾਂ ਨੂੰ ਜਿੰਨੇ ਵੀ ਉਹਨਾਂ ਦੀਆਂ ਕਿਤਾਬਾਂ ਹੈਗੀਆਂ ਜ਼ਿਆਦਾਤਰ ਉਹਨਾਂ ਦੇ ਲੇਖ ਹੀ ਇਕੱਠੇ ਕਰਕੇ ਛਾਪੇ ਗਏ ਹੈ। ਤੀਜਾ ਜਿਹੜਾ ਉਹਦੇ ਵਿੱਚ ਨੈਗੇਟਿਵ ਪੁਆਇੰਟ ਉਹ ਇਹ ਹੈਗਾ ਜੀ ਕਿ ਇਹ ਲਿਖਤ ਜਿਹੜੀ ਉਹ ਭਾਸ਼ਣਕਾਰੀ ਦੇ ਢੰਗ ਦੇ ਨਾਲ ਉਸਰੀ ਹੋਣ ਕਰਕੇ ਪੜ੍ਹਨ ਨਾਲੋਂ ਸੁਣਨ ਵਿੱਚ ਜ਼ਿਆਦਾ ਆਨੰਦ ਦਿੰਦੀ ਹੈ। ਇਸ ਤਰ੍ਹਾਂ ਲੱਗਦਾ ਕਿ ਭਾਸ਼ਣ ਦਿੱਤਾ ਜਾ ਰਿਹਾ। ਹੁਣ ਜੇ ਤੁਸੀਂ ਸੁਣੋਗੇ ਉਹਨੂੰ ਤੁਹਾਨੂੰ ਜ਼ਿਆਦਾ ਅੱਛਾ ਲੱਗੇਗਾ, ਜਦ ਕਿ ਪੜ੍ਹਨ ਦੇ ਵਿੱਚ ਉਹ ਇੰਨਾ ਜ਼ਿਆਦਾ ਆਨੰਦ ਨਹੀਂ ਦਿੰਦੀ। ਇਹ ਜਿਹੜਾ ਸਾਹਿਤਕਾਰ ਹੈ ਜੀ, ਉਹਦੇ ਗੁਣ ਹੁੰਦੇ ਆ ਕਿ ਉਹ ਕਿਸ ਢੰਗ ਦੇ ਨਾਲ, ਜਿੱਦਾਂ ਹੁਣ ਪੜ੍ਹਨ ਵਾਲੀਆਂ ਜਿਹੜੀਆਂ ਰਚਨਾਵਾਂ ਹੈ ਪਾਠਕ ਦੇ ਸਾਹਮਣੇ ਸੀਨ ਕ੍ਰੀਏਟ ਕਰ ਦਿੰਦੀਆਂ, ਠੀਕ ਹੈ ਜੀ, ਇਸ ਢੰਗ ਦੇ ਨਾਲ ਹੁੰਦਾ। ਜਿਹੜਾ ਭਾਸ਼ਣ ਹੈ ਉਹ ਸਰੋਤਾ ਨੂੰ ਕੇਂਦਰਿਤ ਹੁੰਦਾ, ਪਾਠਕ ਨੂੰ ਨਹੀਂ ਹੁੰਦਾ। ਸਰੋਤਿਆਂ ਦੇ ਸਾਹਮਣੇ ਆਪਣੇ ਹਾਵ ਭਾਵ ਦੇ ਨਾਲ ਭਾਵਨਾਤਮਕ ਢੰਗ ਦੇ ਨਾਲ ਜ਼ਿਆਦਾ ਗੱਲ ਪੇਸ਼ ਕੀਤੀ ਜਾਂਦੀ ਹੈ। ਤੇ ਇੱਕ ਹੋਰ ਇਹਦਾ ਨੈਗੇਟਿਵ ਪੁਆਇੰਟ ਇਹ ਵੀ ਲਿਆ ਜਾ ਸਕਦਾ ਜੇ ਜ਼ਿਆਦਾਤਰ ਜਿਹੜੀਆਂ ਰਚਨਾਵਾਂ ਉਹ ਸਿਧਾਂਤਕ ਮਸਲਿਆਂ ਦੇ ਉੱਪਰ ਹੈਗਾ, ਜੇ ਗੰਭੀਰ ਹੋ ਗਏ ਜੀ ਲਿਖਤ ਜ਼ਿਆਦਾ, ਉੱਪਰੋਂ ਜਿਹੜਾ ਇਹਨਾਂ ਨੂੰ ਮਹਾਨ ਕੋਸ਼ ਦਾ ਬੜਾ ਗਿਆਨ ਸੀਗਾ ਤੇ ਸ਼੍ਰੇਸ਼ਟ ਪ੍ਰਭੁਤਾ ਸੀਗੀ, ਉਹਦੇ ਨਾਲ ਕਿਹਾ ਸਹਿਜ ਸੁਭਾਅ ਜਿਹੜਾ ਉਹ ਥੋੜਾ ਉਹਦੇ ਵਿੱਚ ਕਮੀ ਮਹਿਸੂਸ ਹੁੰਦੀ ਹੈ ਜੀ। ਇਹ ਗਿਆਨੀ ਦਿੱਤ ਸਿੰਘ ਹੋਰਾਂ ਦੇ ਬਾਰੇ ਸੀਗੀ ਜੀ ਵੀਡੀਓ ਸਾਡੀ। ਉਮੀਦ ਕਰਦੇ ਹਾਂ ਜੀ ਤੁਹਾਨੂੰ ਪਸੰਦ ਆਈ ਹੋਏਗੀ। ਲਾਈਕ ਕਰਨਾ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ। ਅਗਰ ਤੁਹਾਡੇ ਕੋਈ ਸਾਥੀ UGC ਦੀ ਜਾਂ PTET ਦੀ ਤਿਆਰੀ ਕਰ ਰਹੇ ਜੀ, ਉਹਨਾਂ ਨਾਲ ਵੀ ਤੁਸੀਂ ਜ਼ਰੂਰ ਇਹ ਵੀਡੀਓ ਸ਼ੇਅਰ ਕਰਨੀ। ਪੰਜਾਬੀ ਮਾਸਟਰ ਕੇਡਰ ਨਾਲ ਸੰਬੰਧਿਤ ਜਾਂ ਪੰਜਾਬੀ ਵਿਸ਼ੇ ਦੇ ਹੋਰ ਜਿੰਨੇ ਵੀ ਇਮਤਿਹਾਨ ਹੈਗੇ ਆ, ਲਗਾਤਾਰ ਅਸੀਂ ਵੀਡੀਓਜ਼ ਅਪਲੋਡ ਕਰ ਰਹੇ ਹਾਂ ਜੀ। ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਚੈਨਲ ਦਾ ਨਾਮ ਹੈ ਜੀ Master07 ਐਗਜ਼ਾਮ ਵਾਰੀਅਰ, ਔਰ ਸਾਡਾ ਫੇਸਬੁੱਕ ਪੇਜ ਹੈ ਜੀ Master07 ਐਗਜ਼ਾਮ ਵਾਰੀਅਰ। ਉੱਥੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੀ ਮੇਲ ID ਹੁੰਦੀ ਹੈ, ਮੇਲ ID ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਇਹਨਾਂ ਲੈਕਚਰਸ ਦੀ ਅਸੀਂ ਜਲਦੀ ਹੀ PDF ਜਿਹੜੀਆਂ ਉਹ ਉਪਲਬਧ ਕਰਵਾ ਰਹੇ ਹਾਂ ਜੀ। ਜੇ ਕੋਈ ਇੱਛੁਕ ਹੈਗੇ ਆ ਜੀ, ਉਹਨਾਂ ਨੂੰ ਆਪਾਂ PDF ਵੀ ਉਪਲਬਧ ਕਰਵਾਵਾਂਗੇ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਔਰ ਬੈਲ ਆਈਕਨ ਵੀ ਜ਼ਰੂਰ ਦਬਾਓ।